ਸੋ ਹੁਣ ਜਿਹੜੀ ਸੀਬਾ ਲੋਨ ਰੀਪੇਮੈਂਟ ਐਕਸਟੈਂਸ਼ਨ ਦਿੱਤੀ ਗਈ ਹੈ ਜੀ, ਇਹਦੇ ਬਾਰੇ ਕਨਫਿਊਜ਼ਨ ਬੜਾ। ਸੋ ਇੱਥੋਂ ਕਨਫਿਊਜ਼ਨ ਸ਼ੁਰੂ ਹੋਈ ਹੈ ਜੀ ਕਿ ਹਾਂਜੀ ਐਕਸਟੈਂਸ਼ਨ ਮਿਲੀ 2026 ਤੱਕ, ਲੇਕਿਨ ਤੁਹਾਨੂੰ 20,000 ਜਿਹੜੀ ਸਬਸਿਡੀ ਹੈਗੀ ਹੈ ਉਹ ਨਹੀਂ ਮਿਲੀ ਹੈਗੀ। ਸੋ ਉਹ ਅਗਰ ਤੁਸੀਂ ਸਪੋਜ਼ ਹੁਣ ਪੇਮੈਂਟ ਨਹੀਂ ਕਰਦੇ, ਤੁਸੀਂ ਇਹਦਾ ਮਤਲਬ ਹੈ ਕਿ ਆਪਣਾ ਲੋਨ ਜਿਹੜਾ ਹੈਗਾ ਵੈ ਉਹ ਤੁਸੀਂ 2026 ਤੱਕ ਪੇ ਕਰ ਸਕਦੇ ਹੋ, ਲੇਕਿਨ ਤੁਹਾਨੂੰ 40,000 ਨਹੀਂ ਫਿਰ 60,000 ਪੇ ਕਰਨਾ ਪਏਗਾ। ਇਸ ਬੰਦੇ ਨੇ ਪੈਸੇ ਮੋੜਨੇ ਨੇ ਜੀ, ਉਹਦੇ ਕੋਲ ਲਾਸਟ ਡੇਟ ਹੈਗੀ ਹੈ ਜੀ 18 ਜਨਵਰੀ 2024 ਤੱਕ ਪੈਸੇ ਮੋੜ ਦਿਓ। ਅਗਰ 19 ਜਨਵਰੀ ਹੋ ਗਈ ਸਵੇਰ ਨੂੰ, ਤੁਸੀਂ 40,000 ਨਹੀਂ 60,000 ਮੋੜਨਾ। ਪਿਛਲੇ ਹਫ਼ਤੇ ਸਾਡੇ ਪ੍ਰਾਈਮ ਮਿਨਿਸਟਰ ਨੇ ਇੱਕ ਅਹਿਮ ਐਲਾਨ ਕੀਤਾ। ਉਹ ਆਪਣੇ ਕੌਕਸ ਦੀ ਰੀਟਰੀਟ ਤੋਂ ਬਾਅਦ ਹਾਊਸਿੰਗ ਕ੍ਰਾਈਸਿਸ ਨੂੰ ਕਿਵੇਂ ਨਜਿੱਠਣਾ ਹੈ ਇਸ ਦੇ ਬਾਰੇ ਵਿੱਚ ਗੱਲਬਾਤ ਕਰ ਰਹੇ ਸਨ। ਇਕੋਨਮੀ ਦੇ ਵਿੱਚ ਆਈ ਗਿਰਾਵਟ ਨੂੰ ਦੇਖਦਿਆਂ ਹੋਇਆਂ ਬਿਜ਼ਨੈਸਿਸ ਦੇ ਵੱਲੋਂ ਕਿਵੇਂ ਮੰਗਾਂ ਕੀਤੀਆਂ ਜਾ ਰਹੀਆਂ ਸਨ। ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਜਿਹੜਾ ਬਿਜ਼ਨਸ ਅਕਾਊਂਟ ਦੇ ਵਿੱਚ ਜਿਹੜੀ ਰਾਹਤ ਦਿੱਤੀ ਗਈ ਉਸ ਦੀ ਐਕਸਟੈਂਸ਼ਨ ਕੀਤੀ ਜਾਵੇ, ਰੀਪੇਮੈਂਟ ਨੂੰ ਲੈ ਕੇ ਉਸ ਦਾ ਵੀ ਐਲਾਨ ਪ੍ਰਾਈਮ ਮਿਨਿਸਟਰ ਨੇ ਕੀਤਾ। ਅਤੇ ਇਸ ਦੇ ਸਾਰੇ ਕੁਛ ਦੇ ਜਾਣਕਾਰੀ ਲੈਣ ਵਾਸਤੇ ਅਸੀਂ ਬੇਨਤੀ ਕੀਤੀ ਹੈ ਸਾਡੇ CPA CGA ਸੁਰੇਸ਼ ਮਦਾਨ ਸਾਹਿਬ ਨੂੰ। ਪੂਰੇ ਕਰੋਨਾ ਵਾਇਰਸ ਦੇ ਜਿਹੜੀ ਉਸ ਵੇਲੇ ਸੰਕਟ ਚੱਲ ਰਿਹਾ ਸੀ, ਉਸ ਦੇ ਦੌਰਾਨ ਸਾਨੂੰ ਲਗਾਤਾਰ ਰੈਗੂਲਰ ਇੰਟਰਵਲਸ 'ਤੇ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਅਤੇ ਬਹੁਤ ਜਾਣਕਾਰੀ ਉਹਨਾਂ ਦੀ ਲਾਹੇਵੰਦ ਵੀ ਸਾਬਤ ਹੋਈ। ਅੱਜ ਇੱਕ ਵਾਰ ਫੇਰ ਸਾਡੀ ਬੇਨਤੀ ਤੇ ਮਦਾਨ ਸਾਹਿਬ ਸਾਡੇ ਨਾਲ ਸ਼ਾਮਲ ਨੇ ਜੀ। ਸੁਰੇਸ਼ ਜੀ, ਤੁਹਾਡਾ ਬਹੁਤ ਸਵਾਗਤ ਜੀ ਆਇਆਂ ਨੂੰ ਸਰ। ਥੈਂਕ ਯੂ ਰਿਸ਼ੀ ਜੀ, ਇਟਸ ਅ ਪਲੇਜ਼ਰ ਟੂ ਬੀ ਹੇਅਰ ਅਗੇਨ ਜੀ। ਥੈਂਕ ਯੂ। ਸੋ ਹੁਣ ਜਿਹੜੀ ਸੀਬਾ ਲੋਨ ਰੀਪੇਮੈਂਟ ਐਕਸਟੈਂਸ਼ਨ ਦਿੱਤੀ ਗਈ ਹੈ ਜੀ, ਇਹਦੇ ਬਾਰੇ ਕਨਫਿਊਜ਼ਨ ਬੜਾ। ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਇਹ ਕੀ ਹੈ ਕੀ ਹੈ। ਸੋ ਰਿਸ਼ੀ ਜੀ, ਅਗਰ ਆਪਾਂ ਨੂੰ ਯਾਦ ਹੋਵੇ ਕਿ ਜਦੋਂ ਕੋਵਿਡ ਆਇਆ ਸੀਗਾ ਉਸ ਟਾਈਮ ਦੇ ਉੱਤੇ ਗਵਰਨਮੈਂਟ ਨੇ ਕੁਝ ਆਪਣੀਆਂ ਜਿਹੜੀਆਂ ਸਬਸਿਡੀਜ਼ ਜਾਂ ਫਿਰ ਲੋਨ ਪ੍ਰੋਵਾਈਡ ਕੀਤੇ ਸੀਗੇ। ਉਹਨਾਂ ਵਿੱਚੋਂ ਇੱਕ ਲੋਨ ਸੀਗਾ ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਊਂਟ, ਜਾਂ ਫਿਰ ਦੂਸਰੇ ਪਾਸੇ ਆਪਣੇ ਕੋਲ RRF ਵੀ ਸੀਗਾ, ਰੀਜਨਲ ਰਿਕਵਰੀ ਫੰਡ ਜਿਹੜਾ ਸੀਗਾ, ਜਿਹੜੇ ਲੋਕਲ ਪ੍ਰੋਵਿੰਸ਼ੀਅਲ ਬੇਸ 'ਤੇ ਦਿੱਤੇ ਗਏ ਸੀਗੇ। ਪਹਿਲਾ ਲੋਨ ਆਇਆ ਸੀਗਾ ਜੀ $40,000 ਦਾ, ਜਿਹਦੇ ਵਿੱਚੋਂ ਆਪਾਂ ਨੂੰ $10,000 ਤੱਕ ਦੀ ਸਬਸਿਡੀ ਹੋ ਕੇ ਤੁਹਾਨੂੰ $30,000 ਸਿਰਫ ਮੋੜਨਾ ਸੀਗਾ। ਉਸ ਤੋਂ ਬਾਅਦ ਐਕਸਟੈਂਸ਼ਨ ਆਈ ਸੀ ਉਹਦੀ, ਜਿਹਦੇ 'ਚ ਆਪਾਂ ਨੂੰ $20,000 ਹੋਰ ਦਿੱਤਾ ਗਿਆ ਸੀਗਾ, ਔਰ ਉਹਦੇ ਵਿੱਚੋਂ ਵੀ $10,000 ਦੀ ਸਬਸਿਡੀ ਸੀਗੀ। ਸੋ ਅਗਰ ਕਿਸੇ ਨੇ ਦੋਨੋਂ ਲੋਨ ਲਿੱਤੇ ਸੀਗੇ, ਸੋ ਦੈਟ ਮੀਨਸ $60,000 $60,000 ਦਾ ਲੋਨ ਲਿੱਤਾ ਸੀਗਾ, ਉਹਨਾਂ ਨੂੰ ਸਿਰਫ $40,000 ਵਾਪਸ ਮੋੜਨਾ ਪਵੇਗਾ। $20,000 ਇੱਕ ਸਬਸਿਡੀ ਹੈ ਉਸ ਲੋਨ ਦੇ ਉੱਤੇ। ਰਾਈਟ ਜੀ। ਲੇਕਿਨ ਉਹਦੇ 'ਤੇ ਕੁਝ ਕੰਡੀਸ਼ਨ ਸੀਗੀ ਕਿ ਹਾਂਜੀ ਉਹ ਜਿਹੜਾ ਲੋਨ ਹੈਗਾ ਉਹਦੀ ਜਿਹੜੀ ਲਾਸਟ ਡੇਟ ਹੈ ਉਹਨੂੰ ਪੇ ਕਰਨ ਦੀ, ਉਹ 31 ਦਸੰਬਰ 2023 ਹੈ। ਪਹਿਲਾਂ 31 ਦਸੰਬਰ 2022 ਸੀਗੀ, ਆਪਾਂ 1 ਸਾਲ ਦੀ ਐਕਸਟੈਂਸ਼ਨ ਲਿੱਤੀ, ਹੁਣ 31 ਦਸੰਬਰ 2023 ਹੋ ਗਈ। ਅਗਰ ਤੁਸੀਂ ਆਪਣਾ ਲੋਨ ਜਿਹੜਾ $40,000 ਜਾਂ ਫਿਰ $30,000 ਡਿਪੈਂਡਿੰਗ ਔਨ ਤੁਹਾਡੇ ਜਿਹੜੀ ਕਿੰਨਾ ਲੋਨ ਲਿੱਤਾ ਸੀਗਾ, ਅਗਰ ਤੁਸੀਂ ਉਹਨੂੰ 31 ਦਸੰਬਰ 2023 ਤੋਂ ਪਹਿਲੇ ਵਾਪਸ ਕਰ ਦਿੰਦੇ ਹੋ ਤਾਂ ਤੁਹਾਨੂੰ $20,000 ਵਾਪਸ ਨਹੀਂ ਮੋੜਨਾ ਪਏਗਾ, ਇੱਕ ਸਬਸਿਡੀ ਹੋ ਜਾਏਗੀ। ਰਾਈਟ ਜੀ। ਸੋ ਇਹ ਜਿਹੜੀ ਕੰਡੀਸ਼ਨ ਸੀ ਕਿ ਇਹ ਇਸ ਤੱਕ ਹੁਣ ਸੀਗੀ, ਜਦੋਂ ਹੁਣ ਆਪਣੀ ਪਿਛਲੇ ਹਫਤੇ ਆਪਣੀ ਜਿਹੜੀ ਇੱਕ ਅਨਾਊਂਸਮੈਂਟ ਆਈ ਹੈ ਉਹਦੇ ਨਾਲ ਥੋੜ੍ਹੇ ਜਿਹੇ ਚੇਂਜਿਸ ਹੋ ਗਏ ਨੇ, ਜਾਂ ਫਿਰ ਜਦੋਂ ਤੁਸੀਂ ਕਿਹਾ ਕਿ ਕਨਫਿਊਜ਼ਨ ਜ਼ਿਆਦਾ ਬਣ ਗਈ ਹੈ। ਕਨਫਿਊਜ਼ਨ ਜ਼ਿਆਦਾ ਬਣ ਗਈ ਹੈਗੀ ਜੀ। ਸੋ ਇੱਕ ਜਿਹੜੀ ਆਪਣੀ ਜਿੰਨੇ ਵੀ ਆਪਣੇ ਇੰਡੀਪੈਂਡੈਂਟ ਬਿਜ਼ਨਸ ਹੈਗੇ ਨੇ ਜਾਂ ਆਪਣੇ ਸਮਾਲ ਸਕੇਲ ਬਿਜ਼ਨਸ ਹੈਗੇ ਨੇ, ਉਹਨਾਂ ਸਾਰਿਆਂ ਵੱਲੋਂ ਇੱਕ ਕੰਸਰਨ ਹੀ ਆ ਹੋਏ ਸੀ ਕਿ ਹਾਂਜੀ ਕੋਵਿਡ ਤਾਂ ਖਤਮ ਹੋ ਗਿਆ ਹੈ, ਪਰ ਸਾਡੀਆਂ ਪ੍ਰੋਬਲਮਸ ਖਤਮ ਹੋ ਗਈਆਂ ਕਿ ਅਸੀਂ ਹੁਣ ਆਪਣੇ ਇੰਨੀ ਕਿ ਸਾਡੀ ਕਮਾਈ ਵਾਪਸ ਆ ਗਈ ਹੈ ਕਿ ਤਰ੍ਹਾਂ ਅਸੀਂ ਲੋਨ ਵਾਪਸ ਕਰ ਸਕਦੇ ਹਾਂ। ਆਈ ਨੋ ਮੇ ਵੀ ਸ਼ਾਇਦ ਕਿਸੇ ਵਾਸਤੇ $40,000 ਥੋੜ੍ਹਾ ਜਿਹਾ ਜ਼ਿਆਦਾ ਡਿਪੈਂਡ ਕਰਦਾ ਕਿਹਦੇ ਵਾਸਤੇ ਵੀ ਹੈਗਾ ਵੈ, ਲੇਕਿਨ ਹਰ ਇੱਕ ਦੀ ਇੱਕ ਬੜੀ ਆਪਣੀ ਆ ਰਹੀ ਸੀ ਕਿ ਨਹੀਂ ਇਹ ਲੋਨ ਵਾਪਸ ਨਹੀਂ ਹੋ ਪਾ ਰਹੇ, ਸਾਡੇ ਕੋਲ ਪੈਸੇ ਨਹੀਂ ਹੈਗੇ ਵਾਪਸ ਕਰਨ ਵਾਸਤੇ, ਗਵਰਨਮੈਂਟ ਨੂੰ ਕੁਝ ਹੋਰ ਕਰਨਾ ਚਾਹੀਦਾ ਹੈ, ਥੋੜ੍ਹੀ ਐਕਸਟੈਂਸ਼ਨ ਦੇਣੀ ਚਾਹੀਦੀ ਹੈ, ਕੁਝ ਕਰਨਾ ਚਾਹੀਦਾ ਹੈਗਾ ਮੈਂ। ਤਾਂ ਉਹਦੇ ਵਾਸਤੇ ਆਪਣੀ CFIB ਜਾਂ ਫਿਰ ਹੋਰ ਜਿਹੜੇ ਆਪਣੀਆਂ ਐਸੋਸੀਏਸ਼ਨਸ ਹੈਗੀਆਂ ਮੈਂ, ਜਾਂ ਫਿਰ ਆਪਣੇ ਪੋਲੀਟੀਸ਼ੀਅਨਸ ਵੀ ਜਿਹੜੇ ਹੈਗੇ ਨੇ ਆਪਣੇ, ਉਹ ਗਵਰਨਮੈਂਟ ਨੂੰ ਲੌਬੀ ਕਰਦੇ ਪਏ ਸੀਗੇ ਕਿ ਹਾਂਜੀ ਕੁਝ ਕਰੋ, ਐਕਸਟੈਂਸ਼ਨ ਦਿਓ। ਸੋ ਉਹਦੇ ਵਾਸਤੇ ਇੱਕ ਜੀ ਇਹ ਅਨਾਊਂਸਮੈਂਟ ਜਿਹੜੀ ਹੋਈ ਹੈ ਪਿਛਲੇ ਹਫਤੇ ਇਨ ਸਪੋਰਟ ਆਫ ਦੈਟ ਵਨ, ਉਹ ਇੱਕ ਆਈ ਹੈਗੀ। ਮੇਰੇ ਨਾਲ ਫੈਡਰਲ ਮਿਨਿਸਟਰ ਸਨ ਜੀ ਸਮਾਲ ਬਿਜ਼ਨਸਿਸ ਵਾਲੇ, ਉਹਨਾਂ ਨੇ ਕਿਹਾ ਜੀ ਕਿ 2026 ਤੱਕ ਐਕਸਟੈਂਸ਼ਨ ਹੋ ਗਈ ਹੈ, ਕੀ ਇਹ ਠੀਕ ਹੈ? ਸੋ ਆਈ ਥਿੰਕ ਜਿਹੜੀ ਆਪਣੀ ਕਨਫਿਊਜ਼ਨ ਜਿਹੜੀ ਸ਼ੁਰੂ ਹੋਈ ਹੈ ਉਹ ਇੱਥੋਂ ਹੀ ਸ਼ੁਰੂ ਹੋਈ ਹੈ। ਹਾਂਜੀ, ਟੈਕਨੀਕਲੀ ਹਾਂਜੀ ਇਹ 2026 ਤੱਕ ਹੋਈ ਹੈ, ਪਰ ਉਹਨਾਂ ਨੇ ਇੱਕ ਚੀਜ਼ ਵਿੱਚ ਮਿਸ ਕਰ ਦਿੱਤੀ ਜੀ ਕਿ ਸਬਸਿਡੀ ਵੀ ਆਪਾਂ 2026 ਤੱਕ ਆਪਣੇ ਕੋਲ ਹੈਗੀ ਹੈ ਜਾਂ ਸਬਸਿਡੀ ਹੁਣ ਖਤਮ ਹੋ ਜਾਣੀ ਹੈ। ਸੋ ਇੱਥੋਂ ਕਨਫਿਊਜ਼ਨ ਸ਼ੁਰੂ ਹੋਈ ਹੈ ਜੀ ਕਿ ਹਾਂਜੀ
ਐਕਸਟੈਂਸ਼ਨ ਮਿਲੀ 2026 ਤੱਕ, ਲੇਕਿਨ ਤੁਹਾਨੂੰ 20,000 ਡਾਲਰ ਦੀ ਸਬਸਿਡੀ ਹੈਗੀ ਹੈ ਉਹ ਨਹੀਂ ਮਿਲੀ ਹੈਗੀ। ਸੋ ਉਹ ਅਗਰ ਤੁਸੀਂ ਸਪੋਜ਼ ਹੁਣ ਪੇਮੈਂਟ ਨਹੀਂ ਕਰਦੇ, ਤੁਸੀਂ ਇਹਦਾ ਮਤਲਬ ਹੈ ਕਿ ਆਪਣਾ ਲੋਨ ਜਿਹੜਾ ਹੈਗਾ ਵੈ ਉਹ ਤੁਸੀਂ 2026 ਤੱਕ ਪੇ ਕਰ ਸਕਦੇ ਹੋ, ਲੇਕਿਨ ਤੁਹਾਨੂੰ 40,000 ਨਹੀਂ, ਫਿਰ 60,000 ਡਾਲਰ ਪੇ ਕਰਨਾ ਪਏਗਾ। ਓਕੇ, ਪਹਿਲਾਂ ਆਪਾਂ ਇੱਦਾਂ ਕਰੀਏ ਕਿ ਆਪਾਂ ਨਾ ਆਪਾਂ ਜਿੰਨੇ ਵੀ ਬਿਜ਼ਨਸ ਨੇ ਉਹਨਾਂ ਨੂੰ 2 ਸੈਗਮੈਂਟ 'ਚ ਡਿਵਾਈਡ ਕਰ ਦਈਏ। ਰਾਈਟ ਜੀ। ਇੱਕ ਸੈਗਮੈਂਟ ਜਿਹੜੀ ਕਹਿੰਦੀ ਹੈ ਜੀ ਹਾਂਜੀ ਮੈਂ ਹੁਣ ਲੋਨ ਮੋੜਨਾ ਚਾਹਨੀ ਆ, ਹੁਣ ਮੋੜਨਾ ਚਾਹਨੀ ਆ, ਮੈਂ ਪੇ ਕਰਨਾ ਲੋਨ ਨੂੰ ਨਾ, ਵਾਪਸ ਕਰਨਾ ਹੈਗਾ। ਠੀਕ ਹੈ ਜੀ। ਸੋ ਉਹਨਾਂ ਵਾਸਤੇ ਲੋਨ ਜਿਹੜਾ ਹੈਗਾ ਜੀ 40,000 ਡਾਲਰ ਵਾਪਸ ਮੋੜਨਾ ਮੈਂ। ਉਹਦੀ ਜਿਹੜੀ ਡੇਟ ਉਹਨਾਂ ਨੂੰ 60 ਨਹੀਂ ਮੋੜਨਾ ਪੈਣਾ, ਉਹਨਾਂ ਨੂੰ 60 ਨਹੀਂ ਮੋੜਨਾ, ਠੀਕ ਹੈ, ਉਹਨਾਂ ਨੂੰ ਸਿਰਫ 40,000 ਮੋੜਨਾ ਮੈਂ ਜੀ। ਓਰੀਜਨਲ ਡੇਟ ਸੀਗੀ 31 ਦਸੰਬਰ 2023, ਹੁਣ ਡੇਟ ਹੈਗੀ ਜੀ ਜਨਵਰੀ 18 2024। ਰਾਈਟ। ਇਹ ਬਸ ਨੋਟ ਕਰ ਲਓ, ਗੱਲ ਇੱਥੇ ਆਪਣੀ ਖਤਮ ਹੋ ਜਾਂਦੀ ਹੈ ਜੀ। ਜੀ। ਜਿਸ ਬੰਦੇ ਨੇ ਪੈਸੇ ਮੋੜਨੇ ਨੇ ਜੀ ਉਹਦੇ ਕੋਲ ਲਾਸਟ ਡੇਟ ਹੈਗੀ ਹੈ ਜੀ 18 ਜਨਵਰੀ 2024 ਤੱਕ ਪੈਸੇ ਮੋੜ ਦਿਓ। ਅਗਰ 19 ਜਨਵਰੀ ਹੋ ਗਈ ਸਵੇਰ ਨੂੰ, ਤੁਸੀਂ 40,000 ਨਹੀਂ 60,000 ਡਾਲਰ ਮੋੜਨਾ ਹੈਗਾ। ਬਿਲਕੁਲ ਠੀਕ ਹੋ ਗਿਆ। ਸੋ ਤੁਸੀਂ 18 ਜਨਵਰੀ ਆਪਣੇ ਕੈਲੰਡਰ ਦੇ ਵਿੱਚ ਮਾਰਕ ਕਰ ਲਵੋ, ਆਈਫੋਨ 'ਚ ਪਾ ਲਵੋ, ਆਪਣੇ ਵਾਈਫ ਨੂੰ ਦੱਸ ਦਿਓ, ਹਸਬੈਂਡ ਨੂੰ ਦੱਸ ਦਿਓ ਜੀ ਭਾਈ ਯਾਦ ਭੁੱਲਣਾ ਨਹੀਂ ਹੈ, ਇਹ ਡੇਟ 18 ਜਨਵਰੀ ਹੈਗੀ ਹੈ, ਹੋਰ ਕੁਝ ਨਹੀਂ ਹੈਗਾ ਜੀ। ਕੋਈ 2026 ਨਹੀਂ ਹੈ ਜੀ, ਕੋਈ ਹੋਰ ਕੋਈ ਡੇਟ ਨਹੀਂ ਹੈਗੀ ਜੀ। ਠੀਕ ਹੋ ਗਿਆ। ਇਹ ਤਾਂ ਹੋ ਗਿਆ ਜਿਹਨਾਂ ਨੇ ਪੈਸੇ ਵਾਪਸ ਮੋੜਨੇ ਨੇ ਜੀ। ਜਿਹੜੇ ਬੰਦੇ ਹੁਣ ਜਿਨ੍ਹਾਂ ਦੀ ਮਤਲਬ ਆਰਥਿਕ ਨਹੀਂ ਹੈਗੀ ਜਾਂ ਫਿਰ ਨਹੀਂ ਉਹ ਪੇ ਕਰ ਪਾਉਂਦੇ ਜਾਂ ਉਹਨਾਂ ਦੇ ਕੋਲ ਪੈਸੇ ਨਹੀਂ ਹੈਗੇ, ਉਹ ਕਹਿੰਦੇ ਜੀ ਕਿ ਨਹੀਂ ਸਾਡੇ ਕੋਲ ਜੀ 40,000 ਨਹੀਂ ਮੁੜਨਾ ਹੈਗਾ ਜੀ, ਸਾਡੇ ਕੋਲ ਇੰਨੀ ਕਪੈਸਿਟੀ ਹੈ ਨਹੀਂ। ਠੀਕ ਹੈ ਜੀ। ਉਹਨਾਂ ਵਾਸਤੇ ਜਿਹੜੀ ਹੈਗੀ ਏ, ਅਗਰ ਤੁਸੀਂ ਉਹ ਜਨਵਰੀ 18 ਨੂੰ ਨਹੀਂ ਪੇ ਕਰਦੇ, ਇਹਦਾ ਮਤਲਬ ਹੈ ਤੁਹਾਨੂੰ 60,000 ਡਾਲਰ ਮੋੜਨਾ ਪੈਣਾ ਹੈ। ਰਾਈਟ। ਲੇਕਿਨ ਇੱਕ ਗਵਰਨਮੈਂਟ ਵੱਲੋਂ ਇੱਕ ਸਪੋਰਟ ਦਿੱਤੀ ਗਈ ਹੈ ਕਿ ਹਾਂਜੀ ਅਗਰ ਤੁਸੀਂ ਪੈਸੇ ਨਹੀਂ ਮੋੜਦੇ, ਤੁਸੀਂ 31 ਦਸੰਬਰ 2026 ਤੱਕ ਪੈਸਾ ਮੋੜ ਸਕਦੇ ਹੋ। ਠੀਕ ਹੈ, ਲੇਕਿਨ ਤੁਹਾਨੂੰ 5% ਇੰਟਰਸਟ ਪੇ ਕਰਨਾ ਪਵੇਗਾ। ਸੋ ਦਾ ਮਤਲਬ ਇਹ ਹੋ ਗਿਆ ਜੀ 19 ਜਨਵਰੀ 2024 ਤੋਂ ਲੈ ਕੇ 31 ਦਸੰਬਰ 2026 ਤੱਕ ਤੁਸੀਂ ਪੈਸਾ ਮੋੜ ਸਕਦੇ ਹੋ। 167 ਡਾਲਰ ਦੀ ਪੇਮੈਂਟ ਬਣਦੀ ਹੈਗੀ ਹੈ, ਪੇਮੈਂਟ ਕਰ ਸਕਦੇ ਹੈਗੇ ਹੋ, ਪਰ ਤੁਹਾਨੂੰ 60,000 ਮੋੜਨਾ ਹੈ, 40,000 ਨਹੀਂ ਮੋੜਨਾ ਹੈਗਾ। ਓਕੇ। ਸੋ ਇਹ ਡਿਫਰੈਂਸ ਹੈ ਜੀ। ਬਸ ਐਕਸਟੈਂਸ਼ਨ ਇਹ ਦਿੱਤੀ ਹੈ, ਇਹ ਐਕਸਟੈਂਸ਼ਨ ਦਿੱਤੀ ਹੈ। ਸੋ ਓਰੀਜਨਲ ਐਕਸਟੈਂਸ਼ਨ ਸੀਗੀ ਜੀ ਉਹ ਕੀ ਸੀਗਾ ਕਿ ਅਗਰ ਤੁਸੀਂ 31 ਦਸੰਬਰ 2023 ਨੂੰ ਪੈਸੇ ਨਹੀਂ ਮੋੜਦੇ, ਤੁਹਾਡੇ ਕੋਲ 31 ਦਸੰਬਰ 2025 ਤੱਕ ਸੀਗਾ ਟਾਈਮ, 2 ਸਾਲ ਦਾ ਪੇ ਕਰਨ ਦਾ ਉਹਨੂੰ। ਜੀ। ਠੀਕ ਹੈ। ਹੁਣ ਉਹੀ 31 ਦਸੰਬਰ 2025 ਨੂੰ 2026 ਕਰਤਾ ਗਿਆ ਹੈ, ਲੇਕਿਨ ਮੇਰੀ ਵਾਪਸ ਮੈਂ ਰਿਪੀਟ ਕਰਾਂਗਾ ਬਾਰ-ਬਾਰ ਨੂੰ ਗੱਲ ਨੂੰ, 20,000 ਡਾਲਰ ਦੀ ਸਬਸਿਡੀ ਜਿਹੜੀ ਹੈਗੀ ਹੈ ਉਹ ਤੁਹਾਨੂੰ ਮਰ ਜਾਏਗੀ। ਤੁਹਾਨੂੰ 40,000 ਨਹੀਂ 60,000, ਜਾਂ ਜੇ ਤੁਸੀਂ 30,000 ਲਿੱਤਾ ਤਾਂ 40,000 ਤੁਹਾਨੂੰ ਮੋੜਨਾ ਪੈਣਾ ਹੈਗਾ। ਇੱਕ ਹੋਰ ਗੱਲ ਮਿਨਿਸਟਰ ਨੇ ਕਹੀ ਜੀ ਕਿ ਜੇ ਤੁਸੀਂ ਅਪਲਾਈ ਕਰ ਦਿੰਦੇ ਹੋ ਬੈਂਕ ਤੋਂ ਲੋਨ ਲੈ ਕੇ ਸਰਕਾਰ ਦਾ ਕਰਜ਼ਾ ਵਾਪਸ ਕਰ ਦਿੰਦੇ ਹੋ। ਬਿਲਕੁਲ ਠੀਕ ਗੱਲ ਹੈ। ਉਹ ਵੀ ਸਮਝਾਓ ਕੀ ਹੈ। ਚਲੋ ਆਪਾਂ ਹੁਣ ਦੂਸਰੇ ਪਾਸੇ ਚੱਲ ਰਹੇ ਹਾਂ ਕਿ ਹਾਂਜੀ ਅਸੀਂ ਹੁਣ ਉਸ ਕੈਟੇਗਰੀ 'ਚ ਚੱਲ ਰਹੇ ਹਾਂ ਜਿਹੜੇ ਬੰਦੇ ਪੈਸੇ ਨਹੀਂ ਮੋੜ ਸਕਦੇ। ਆਪਾਂ ਉਹਨਾਂ ਉੱਤੇ ਫੋਕਸ ਕਰਨਾ ਹੈ ਕਿ ਹਾਂਜੀ ਸਾਡੇ ਨਹੀਂ ਮੁਸ਼ਕਲ ਬਹੁਤ ਹੈਗੀ। ਹੁਣ ਉਹ ਕਹਿੰਦੇ ਜੀ ਭਈ ਜੇ ਸਪੋਜ਼ ਕਰੋ ਕਿ ਤੁਸੀਂ ਕਹਿੰਦੇ ਵੀ ਮੈਂ 18 ਜਨਵਰੀ ਨੂੰ ਪੇ ਨਹੀਂ ਕਰਨਾ ਤਾਂ 19 ਜਨਵਰੀ ਨੂੰ ਕਰਨਾ ਹੈ, ਇਹਦਾ ਮਤਲਬ ਤੁਸੀਂ ਮੈਨੂੰ 20,000 ਡਾਲਰ ਐਕਸਟਰਾ ਪੇ ਕਰਨਾ ਪੈਣਾ ਹੈ। ਠੀਕ ਹੈ ਜੀ। ਅਗਰ ਆਪਾਂ ਸਿੰਪਲ ਮੈਥ ਕਰੀਏ, ਕੋਈ ਅਕਾਊਂਟਿੰਗ ਨਾ ਲੈ ਕੇ ਆਈਏ, ਕੋਈ ਆਪਾਂ ਫਾਈਨੈਂਸ਼ੀਅਲ ਲੈ ਕੇ ਆਈਏ, ਇਹਦਾ ਮਤਲਬ ਤੁਹਾਨੂੰ 50% ਇੱਕ ਤਰ੍ਹਾਂ ਦਾ ਇੰਟਰਸਟ ਪੈ ਗਿਆ 40,000 ਦੇ ਉੱਤੇ। ਬਿਲਕੁਲ ਠੀਕ। 40 ਮੋੜਨਾ ਸੀਗਾ 60 ਮੋੜਨਾ, ਹੁਣ ਤੁਸੀਂ 50% ਇੰਟਰਸਟ ਹੋ ਗਿਆ 3 ਸਾਲ ਲਈ। ਹਾਂ ਜੀ, ਬਹੁਤ ਜ਼ਿਆਦਾ ਹੈ। ਇਹ ਤਾਂ ਮਤਲਬ ਇਹ ਤਾਂ ਪ੍ਰਾਈਵੇਟ ਲੈਂਡਿੰਗ ਵੀ ਇੰਨੀ ਨਹੀਂ ਹੈਗੀ। ਸੋ ਕਹਿੰਦੇ ਓਕੇ ਫਿਰ ਆਪਾਂ ਇੱਦਾਂ ਕਰਨੇ, ਇੱਕ ਹੋਰ ਆਪਸ਼ਨ ਹੈਗਾ ਵੈ, ਤੁਸੀਂ ਬੈਂਕ ਦੇ ਕੋਲ ਜਾਓ, ਬੈਂਕ ਦੇ ਕੋਲੋਂ ਜਾ ਕੇ ਇੱਕ ਹੋਰ ਲੋਨ ਲੈ ਲਵੋ। ਓਕੇ। 40,000 ਦਾ ਲੋਨ ਲੈ ਲਵੋ ਜੀ। ਠੀਕ ਹੈ। ਬੈਂਕ ਤੋਂ ਮੈਂ 40,000 ਦਾ ਲੋਨ ਲਿੱਤਾ, ਮੈਂ 40,000 ਡਾਲਰ ਸਰਕਾਰ ਦਾ ਮੋੜ ਦਿੱਤਾ, ਜਿਹੜਾ ਸਰਕਾਰ ਵਾਸਤੇ ਲਿਆ ਸੀ। ਮੈਂ 40,000 ਹੀ ਪੇ ਕੀਤਾ, ਹੁਣ 60,000 ਨਹੀਂ ਪੇ ਕੀਤਾ ਨਾ ਜੀ। ਇਧਰੋਂ ਮੇਰਾ ਬੈਂਕ ਦਾ ਲੋਨ ਸ਼ੁਰੂ ਹੋ ਗਿਆ 40,000 ਦਾ ਜੀ। ਠੀਕ ਹੈ। ਇਹ ਜਿਹੜਾ ਬੈਂਕ ਦਾ ਲੋਨ ਹੈ, ਇਹ ਤੁਸੀਂ ਬੈਂਕ ਦੇ ਨਾਲ ਜੋ ਤੁਹਾਡੀ ਕੰਡੀਸ਼ਨ ਹੋਣਗੀਆਂ ਤੁਸੀਂ ਉਹ ਮੋੜ ਦਿਓ, ਉਹ ਤੁਸੀਂ ਨਿਪਟਾਰਾ ਕਰੋ। ਹੁਣ ਉਹਦੀ ਇੱਕ ਪ੍ਰੋਬਲਮ ਇਹ ਹੈਗੀ ਹੈ ਕਿ ਉਹ ਸਬਜੈਕਟ ਟੂ ਅਪਰੂਵਲ ਹੈ। ਅਗਰ ਤੁਸੀਂ ਕਦੀ ਪੜ੍ਹਿਆ ਹੋਵੇ ਜਦੋਂ ਵੀ ਉਹ ਲੋਨ ਕਹਿੰਦੇ ਨੇ ਓਨ ਅਪਰੂਵਲ ਦਾ ਹੁੰਦਾ ਨਾ, ਉਹ ਸਬਜੈਕਟ ਟੂ ਅਪਰੂਵਲ ਹੈ ਕਿ ਹਾਂਜੀ ਬੈਂਕ ਹੁਣ ਤੁਹਾਡੇ ਕ੍ਰੈਡਿਟ ਡਿਪੈਂਡ ਕਰਦਾ ਵੈ, ਤੁਹਾਡੀ ਹਿਸਟਰੀ ਡਿਪੈਂਡ ਕਰਦੀ ਹੈ, ਤੁਸੀਂ ਪਹਿਲਾ ਸਾਲ ਹੈ ਦੂਸਰਾ ਸਾਲ ਹੈ ਕਿਹੜਾ ਵੈ, ਤੁਹਾਡੀ ਫਾਈਨੈਂਸ਼ੀਅਲ ਸਟੇਟਮੈਂਟ ਕੀ ਕਹਿੰਦੀਆਂ ਵੈ, ਬੈਂਕ ਦੀ ਅਪਰੂਵਲ ਡਿਪੈਂਡ ਕਰਦਾ ਤੁਹਾਨੂੰ ਬੈਂਕ ਅਪਰੂਵਲ ਦੇਵੇਗਾ ਕਿ ਨਹੀਂ ਦੇਵੇਗਾ। ਹਰ ਬੰਦੇ ਨੂੰ ਅਪਰੂਵਲ ਨਹੀਂ ਮਿਲ ਜਾਣੀ ਉਹ ਚੀਜ਼ ਨੂੰ। ਓਕੇ। ਸੋ ਸਪੋਜ਼ ਕਰੋ ਕਿ ਤੁਹਾਡਾ ਬਿਜ਼ਨਸ ਚੰਗਾ ਨਹੀਂ ਚੱਲਦਾ ਪਿਆ, ਮਤਲਬ ਜੇ ਤੁਸੀਂ ਨਹੀਂ ਚੱਲਦਾ ਪਿਆ, ਜੇ ਤੁਸੀਂ ਪੈਸੇ ਨਹੀਂ ਮੋੜ ਸਕਦੇ ਤਾਂ ਮਤਲਬ ਤੁਹਾਡਾ ਚੰਗਾ ਨਹੀਂ ਚੱਲਦਾ ਪਿਆ। ਆਪਾਂ ਇੱਕ ਨਾਲ ਲਗਾ ਲੈਂਦੇ ਹਾਂ, ਅਸੰਪਸ਼ਨ ਲਗਾ ਲੈਂਦੇ ਹੈਗੇ। ਸੋ ਅਗਰ ਤੁਹਾਡਾ ਬਿਜ਼ਨਸ ਚੰਗਾ ਨਹੀਂ ਚੱਲਦਾ ਪਿਆ, ਕੋਈ ਪੈਸੇ ਮੋੜਨ ਨੂੰ ਨਹੀਂ ਹੈਗੇ, ਇਹਦਾ ਮਤਲਬ ਤੁਹਾਡੇ ਬਿਜ਼ਨਸ ਦੇ ਵਿੱਚ ਜਾਂ ਲਾਸ ਹੋ ਰਹੀ ਹੈ ਜਾਂ ਕੁਝ ਹੋਰ ਪ੍ਰੋਬਲਮ ਹੈਗੀਆਂ ਵੈ, ਬੈਂਕ ਤੁਹਾਨੂੰ ਅਪਰੂਵਲ ਦੇਵੇਗਾ ਕਿ ਨਹੀਂ ਦੇਵੇਗਾ ਕੋਈ ਗਰੰਟੀ ਨਹੀਂ ਹੈ ਜੀ।
ਲੇਕਿਨ ਤੁਸੀਂ ਬੈਂਕ ਦੇ ਕੋਲੋਂ 40,000 ਲੈ ਕੇ ਸਰਕਾਰ ਦਾ 40,000 ਮੋੜ ਦਿਓ। ਸੋ ਆਪਾਂ ਇੰਗਲਿਸ਼ ਚ ਕਹਿੰਦੇ ਹਾਂ ਟੂ ਡਰੌਪ ਪੀਟਰ ਟੂ ਪੇ ਪੌਲ, ਮਤਲਬ ਟੋਪੀ ਕਮਾਈ, ਮਤਲਬ ਆਪਣੀ ਪੰਜਾਬੀ ਚ ਕਹਿੰਦੇ ਟੋਪੀ ਕਮਾ ਦਿੱਤੀ ਆ, ਬਦਰੋਂ ਦਿੱਤੇ ਉਧਰ ਦੇ ਦਿੱਤੇ। ਜੀ ਬਸ ਇਹ ਹੈਗਾ ਵਾ ਕਿ ਹਾਂ ਮੈਨੂੰ ਹੁਣ $20,000 ਮੇਰਾ ਨੁਕਸਾਨ ਨਹੀਂ ਹੋਇਆ ਜਿਹੜਾ ਮੈਂ 20,000 ਸੀਗਾ। ਲੇਕਿਨ ਇੱਧਰਲੇ ਪਾਸੇ ਹੁਣ ਬੈਂਕ ਤੁਹਾਨੂੰ ਕੀ ਰੇਟ ਲਗਾਉਂਦਾ ਵੈ ਉਹ ਨਹੀਂ ਨਾ ਪਤਾ, ਉਹ ਤਾਂ 5 ਨਹੀਂ ਲਊਗਾ, ਉਹ 5 ਨਹੀਂ ਲਵੇਗਾ ਜੀ, ਡੈਫੀਨੇਟਲੀ ਨਹੀਂ ਹੈ। ਇਟ ਕੈਨ ਬੀ ਐਨੀ ਰੇਟ ਜੋ ਬੈਂਕ ਨੇ ਆਪਣੇ ਪ੍ਰੀਵੇਲ ਕਰਦਾ, ਲੇਕਿਨ ਦੇयर इज नो ਗਾਰੰਟੀ ਇਹ ਹੋਏਗਾ। ਪਲੱਸ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਬੈਂਕ ਮੈਨੂੰ ਇਹ ਪੁੱਛੇਗਾ ਕਿ ਤੇਰਾ ਬਿਜ਼ਨਸ ਚੱਲਦਾ ਨਹੀਂ, ਤੂੰ 40,000 ਉਹਨਾਂ ਦੇ ਤਾਂ ਦੇ ਨਹੀਂ ਸਕਿਆ, ਸਾਡੇ ਕਿੱਥੋਂ ਦੇਂਗਾ? ਦੇयर ਯੂ ਗੋ ਜੀ। ਇਹ ਗੱਲ ਜਿਹੜੀ ਹੈਗੀ ਨਾ, ਇਹ ਮਤਲਬ ਜਿਹੜੀ ਬਿਹਾਈਂਡ ਦਾ ਸੀਨ, ਜਿਹੜੀ ਬਿਹਾਈਂਡ ਦਾ ਨਿਊਜ਼, ਉਹ ਲਾਈਨ ਹੈਗੀ ਕਿ ਭਾਂਜੀ ਬੈਂਕ ਮੈਨੂੰ ਗਾਰੰਟੀ ਦੇ ਰਿਹਾ, ਪੈਸੇ ਦੇ ਦੇਗਾ। ਤੇ ਫਿਰ ਪ੍ਰਧਾਨ ਮੰਤਰੀ ਨੇ ਦਿੱਤਾ ਕੀ ਹੈ? ਇਹ ਦੱਸੋ ਸਾਨੂੰ। ਆਪਾਂ ਉਲਟੇ ਪਾਸੇ ਚੱਲਦੇ ਹਾਂ ਜੀ। ਜੇ ਆਪਾਂ ਪ੍ਰਧਾਨ ਮੰਤਰੀ ਜਾਂ ਸਾਡੇ ਪੋਲੀਟੀਸ਼ੀਅਨ ਕਹਿੰਦੇ ਪਏ ਨੇ ਜੀ ਕਿ ਹਾਂਜੀ ਤੁਸੀਂ ਬੈਂਕ ਦੇ ਕੋਲ ਜਾ ਕੇ 40,000 ਦੇ ਕੇ ਮੋੜ ਦਿਓ, ਬੈਂਕ ਕਿਉਂ ਜਾਣਾ, ਤੁਸੀਂ ਮੈਨੂੰ ਦੇ ਦਿਓ ਇੰਟਰਸਟ, ਤੁਸੀਂ 5 ਦੀ ਜਗ੍ਹਾ 10% ਲੈ ਲਓ ਇੰਟਰਸਟ ਮੇਰੇ ਕੋਲ। ਗੱਲ ਤਾਂ ਉੱਥੇ ਹੀ ਨਾ, ਜੇ ਮੈਂ ਬੈਂਕ ਨੂੰ ਜਾ ਕੇ ਵੇਖੋ ਨਾ, ਮੈਂ ਤੁਹਾਡਾ 5 ਬਚਾਉਣਾ ਮੈਂ ਜਾਂ 20,000 ਬਚਾਉਣਾ ਮੈਂ ਤੇ ਮੈਂ ਇੱਧਰ ਜਾ ਕੇ 11%, 15%, 15% ਦੇਣਾ ਮੈਂ, ਤੁਸੀਂ ਮੇਰੇ 5% ਨੂੰ 10% ਕਰ ਦਿਓ ਤਾਂ ਕਮ ਸੇ ਕਮ 20,000 ਤਾਂ ਨਾ ਮਰੇ ਨਾ। ਮੈਨੂੰ ਇੱਕ ਨਵੀਂ ਫਾਰਮੈਲਿਟੀ ਨਾ ਪਾਓ ਕਿ ਮੈਂ ਬੈਂਕ ਦੇ ਕੋਲ ਜਾ ਕੇ ਉਹਨੂੰ ਸਾਰਾ ਅਪਰੂਵਲ ਲਵਾਂ। ਐਨੀਵੇ ਵਾਪਸ ਆਪਾਂ ਆਈਏ ਕਿ ਹਾਂਜੀ ਉਹ ਹੁਣ ਕੰਡੀਸ਼ਨ ਕੀ ਹੈਗੀ ਹੈ ਜੀ। ਉਹ ਕੰਡੀਸ਼ਨ ਇਹ ਹੈਗੀ ਕਿ ਜੇ ਤੁਸੀਂ ਇਹ ਕਰਨਾ ਚਾਹੁੰਦੇ ਹੋ ਕਿ ਹਾਂਜੀ ਬੈਂਕ ਦੇ ਕੋਲੋਂ ਅਪਰੂਵਲ ਲੈਣੀ ਹੈ, ਤੁਹਾਨੂੰ 18 ਜਨਵਰੀ ਤੋਂ ਪਹਿਲੇ ਉਹਦੀ ਐਪਲੀਕੇਸ਼ਨ ਪਾਣੀ ਪੈਣੀ ਹੈਗੀ ਹੈ। ਸੋ ਇਹਦਾ ਮਤਲਬ ਹੈਗਾ ਕਿ ਜੇ ਤੁਸੀਂ ਅਗੇਨ ਵਾਪਸ ਆਉਂਦੇ ਆ, ਤੁਸੀਂ ਨਹੀਂ ਪੇ ਕਰ ਸਕਦੇ ਤੇ ਜਾ ਕੇ ਤੁਸੀਂ ਜੀ ਆਪਣੇ ਐਪਲੀਕੇਸ਼ਨ 18 ਜਨਵਰੀ ਤੱਕ ਪਾ ਦਿਓ। ਜੇ ਤੁਸੀਂ ਐਪਲੀਕੇਸ਼ਨ ਪਾ ਦਿੰਦੇ ਹੋ 18 ਜਨਵਰੀ ਤੱਕ, ਨਾ ਉਹ ਅਫਕੋਰਸ ਬੈਂਕ ਆਪਣਾ ਟਾਈਮ ਲੈਂਦਾ ਵਾ ਉਹਨੂੰ ਅਪਰੂਵ ਕਰਨ ਵਾਸਤੇ, ਜਦੋਂ ਕਿੱਦਾਂ ਹੁੰਦਾ ਹੈ, ਫਿਰ ਤੁਹਾਡੇ ਕੋਲ 28 ਮਾਰਚ ਤੱਕ ਦਾ ਟਾਈਮ ਹੈਗਾ ਵਾ। ਸੋ ਮਤਲਬ ਇਹ ਹੈ ਕਿ 18 ਜਨਵਰੀ ਤੇ 28 ਮਾਰਚ ਦੇ ਵਿਚਕਾਰ ਅਸੀਂ ਉਮੀਦ ਕਰਦੇ ਹਾਂ ਤੁਹਾਡੀ ਅਪਰੂਵਲ ਆ ਜਾਏਗੀ ਤੇ ਤੁਸੀਂ 28 ਮਾਰਚ ਤੱਕ ਆਪਣਾ 40,000 ਮੋੜ ਦਿਓ। ਸੋ ਇਹ ਬਸ ਫਾਈਨਲ ਹੈ ਜੀ ਕੰਡੀਸ਼ਨਾਂ। ਸੋ ਜੇ ਕਿਸੇ ਨੇ ਸਪੋਜ਼ ਐਪਲੀਕੇਸ਼ਨ ਪਾ ਦਿੱਤੀ ਹੈ, ਅਗਰ ਉਹ ਐਕਸੈਪਟ ਹੋਈ ਹੈ, ਰਿਜੈਕਟ ਹੋਈ ਹੈ, ਜੋ ਵੀ ਹੋਇਆ, ਉਹਦੇ ਕੋਲ 28 ਮਾਰਚ ਤੱਕ ਦਾ ਟਾਈਮ ਹੈ ਜੀ। ਉਹਦੇ ਵਾਸਤੇ 29 ਮਾਰਚ ਡੇਟ ਬਣ ਗਈ ਕਿ 29 ਮਾਰਚ ਨੂੰ ਜੇ ਤੇਰੇ ਕੋਲ ਪੈਸਾ ਨਹੀਂ ਹੈਗਾ ਪੇ ਕਰਨ ਵਾਸਤੇ, ਚਾਹੇ ਤੂੰ ਲੋਨ ਲੈ ਕੇ ਆਉਂਦਾ ਜਾਂ ਆਪਣਾ, ਤਾਂ 60 ਦਾ 60 ਹੀ ਮੋੜਨਾ ਪਵੇਗਾ। 60 ਹੀ ਮੋੜਨਾ ਪੈਣਾ ਜੀ। ਬਿਲਕੁਲ ਠੀਕ ਹੋ ਗਿਆ, ਵੈਰੀ ਕਲੀਅਰ। ਤੇ ਜਿਹੜੀ ਸਰਵ ਦੀ ਪੇਮੈਂਟ ਸੀ ਜੀ, ਜਿਹੜੀ ਵਾਪਸ ਲੈਣ ਦੀ ਗੱਲ ਚੱਲ ਰਹੀ ਸੀ, ਉਹ ਕਿਤੇ ਪਹੁੰਚੀ ਹੈ ਜੀ ਕਿਨਾਰੇ, ਕਿ ਹਜੇ ਹਵਾ 'ਚ ਹੀ ਹੈ ਜੀ ਉਹ ਕੰਮ? ਸਰਵ ਦੀਆਂ ਪੇਮੈਂਟਾਂ ਵਾਪਸ ਲੈਣ ਵਾਸਤੇ ਜਿਹੜੇ ਬੰਦਿਆਂ ਦਾ ਮਤਲਬ ਕੋਈ ਆਪਣੇ ਫਰਾਡ ਹੋਏ ਜਾਂ ਕੁਝ ਹੋਏ, ਜਿਹੜੇ ਹਾਂਜੀ ਉਹ ਕਹਿੰਦੇ ਸੀ ਜਿਹਨਾਂ ਨੂੰ ਸਾਡੇ ਕੋਲੋਂ ਹਿਸਾਬ ਨਹੀਂ ਲੱਗਿਆ, ਅਸੀਂ ਬਾਅਦ 'ਚ ਦੇਖਿਆ ਐਲੀਜੀਬਲ ਨਹੀਂ ਸੀਗੇ, ਲੈ ਗਏ ਪੈਸੇ, ਉਹਨਾਂ ਦਾ ਹੈ ਜੀ ਕੋਈ ਅਜੇ ਵਿੱਚ ਹੀ ਹੈ ਕੰਮ? ਕੁਛ ਨਹੀਂ ਆ ਰਿਹਾ ਜੀ, ਬਹੁਤ ਨਿਊਜ਼ ਆਉਂਦੀਆਂ ਪਈਆਂ ਵੈ। ਕੁਛ ਨਿਊਜ਼ ਤਾਂ ਇੱਦਾਂ ਦੀਆਂ ਡਿਸਟਰਬਿੰਗ ਹੈਗੀਆਂ ਕਿ ਜਿਹੜੇ CRA ਜਾਂ ਕੈਨੇਡਾ ਰੈਵਨਿਊ ਏਜੰਸੀ ਸੀਗੀ, ਉਹਦੇ ਅੰਦਰਲੇ EMPLOYEES ਨੇ ਵਿੱਚੋਂ ਆਪਣਾ ਕਰ ਲਿਆ। ਇਸ ਟਾਈਮ ਤਾਂ ਅਸੀਂ ਆਪਣੀ ਅਕਾਊਂਟਿੰਗ ਕਮਿਊਨਿਟੀ ਵੱਲੋਂ ਕਹਿ ਸਕਦੇ ਹਾਂ ਕਿ ਜੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈਗੀ ਹੈ ਕਿ ਕੁਝ ਲੋਕਾਂ ਨੂੰ ਤਾਂ ਨੋਟਿਸਿਸ ਆਉਂਦੇ ਪਏ ਹੈਗੇ ਨੇ ਵਾਪਸ ਕਰਨ ਵਾਸਤੇ, ਔਰ ਉਹਨਾਂ ਦਾ ਜਿਹੜਾ ਜਵਾਬ ਦਵਾਈ ਵੀ ਹੈਗੀ ਹੈ ਨਾ, ਉਹਦੇ ਵਾਸਤੇ ਅਗਰ ਐਪਲੀਕੇਸ਼ਨ ਦੇ ਆਪਾਂ ਜਵਾਬ ਵੀ ਦਿੰਦੇ ਹਾਂ, 8-8 ਮਹੀਨੇ ਲੱਗਦੇ ਪਏ ਜੀ ਉਹਨਾਂ ਜਵਾਬ ਸੁਣਨ ਵਾਸਤੇ। ਔਰ ਉਸ ਤੋਂ ਬਾਅਦ ਕੁਝ ਲੋਕ ਜਿਹੜੇ ਜੈਨੂਇਨ ਵੀ ਹੈਗੇ ਨੇ, ਉਹਨਾਂ ਵਾਸਤੇ ਵੀ ਕੁਝ ਸੁਣਵਾਈ ਜਿਹੜੀ ਹੈਗੀ ਉਹ ਬਣਦੀ ਨਹੀਂ ਪਈ ਹੈਗੀ। ਸੋ ਦੋਨੋਂ ਪਾਸੇ ਹੈ ਜੀ, ਨਾ ਰਿਕਵਰੀ ਹੋ ਰਹੀ ਹੈ ਤੇ ਜਿਹੜੇ ਬੰਦੇ ਨੇ ਸਪੋਜ਼ ਚੰਗੇ ਲਿੱਤੇ ਸੀਗੇ ਉਹ ਵੀ ਨਾਲ ਸਫਰ ਕਰਦੇ ਪਏ ਹੈ ਜੀ। ਸੋ ਕੋਈ ਪ੍ਰੋਗਰੈਸ ਜਾਂ ਕੁਝ ਕਹੀਏ ਅਸੀਂ, ਕੁਝ ਨਜ਼ਰ ਨਹੀਂ ਆ ਰਹੀ ਜੀ। ਅਗਰ ਮੈਂ ਕਹਾਂ ਤੇ ਇੱਕ ਸਵਾਲ ਪੁੱਛਿਆ ਜੀ, ਉਹ ਕਹਿੰਦੇ ਕਿ ਮੈਂ 40,000 ਦਾ ਲੋਨ ਲਿਆ ਸੀ, ਠੀਕ ਹੈ ਜੀ, ਤੇ ਮੈਨੂੰ ਕਿੰਨੀ ਸਬਸਿਡੀ ਮਿਲੂਗੀ? ਅਗਰ 40,000 ਦਾ ਲਿੱਤਾ ਹੋਇਆ ਤਾਂ ਮੈਂ ਅਜ਼ੰਪਸ਼ਨ ਕਰਦਾ ਵਾਂ ਕਿ 25% ਸਬਸਿਡੀ ਜੀ, 10,000 ਦੀ ਸਬਸਿਡੀ ਹੋਣੀ। ਤੁਸੀਂ ਮਤਲਬ 30 ਮੋੜਨਾ ਹੈ? 30 ਮੋੜਨਾ, ਬਿਲਕੁਲ ਜੀ। ਜੀ ਲਓ ਜੀ ਖੁਸ਼ੀ ਜੀ, ਤੁਸੀਂ 30,000 ਵਾਪਸ ਕਰਨਾ 31 ਦਸੰਬਰ 2023 ਤੱਕ। ਪਰ 18 ਜਨਵਰੀ ਐਕਸਟੈਂਸ਼ਨ ਹੋ ਗਈ ਹੈ ਤੁਹਾਡੀ, 2 ਹਫ਼ਤਿਆਂ ਦੀ ਐਕਸਟੈਂਸ਼ਨ ਦੇ ਦਿੱਤੀ ਹੈ ਸਰਕਾਰ ਨੇ। ਬਿਲਕੁਲ ਠੀਕ ਗੱਲ ਹੈ ਜੀ। ਤੇ ਅਖੀਰ 'ਚ ਕੀ ਕਹੋਗੇ ਸੁਰੇਸ਼ ਜੀ? ਸੋ ਮੈਂ ਕਹਿੰਦਾ ਜੀ, ਮੀਨਸ ਅਫਕੋਰਸ ਮੀਡੀਆ ਆਪਣੀ ਜੌਬ ਕਰਦਾ ਵੈ, ਗਵਰਨਮੈਂਟ ਨੇ ਆਪਣੀ ਜਿਹੜੀ ਅਨਾਊਂਸਮੈਂਟ ਕਰਨੀ ਹੈ, ਕੁਝ ਕਰਨੀ ਹੈ, ਪਰ ਥੋੜ੍ਹਾ ਜਿਹਾ ਉਹਨੂੰ ਡਿਟੇਲ 'ਚ ਪੜ੍ਹੋ। ਔਰ ਮੈਂ ਬਾਰ-ਬਾਰ ਕਹਾਂਗਾ ਕਿ ਹੈਡਲਾਈਨ ਪੜ੍ਹ ਕੇ ਉਹਨੂੰ ਅਜ਼ਿਊਮ ਨਾ ਕਰ ਲਵੋ, ਉਹਦੇ ਨਾਲ ਆਪਣਾ ਨੋਟ ਕਰੋ ਕਿ ਹਾਂਜੀ ਆਪਣੀ ਡੇਟ 18 ਜਨਵਰੀ ਹੈ ਜੀ, 18 ਜਨਵਰੀ ਤੋਂ ਪਹਿਲੇ ਉਹਨੂੰ ਪੇ ਕਰ ਦਿਓ। ਇਹ ਬੜੀ ਵੱਡੀ ਪੈਨਲਟੀ ਹੈ, $20,000 ਜੇ ਨੁਕਸਾਨ ਹੋ ਜਾਵੇ 50% ਇੰਟਰਸਟ ਹੈਗਾ। ਮੈਂ ਕਿੱਥੋਂ ਵੀ ਔਖੇ ਸੌਖੇ ਹੋ ਕੇ ਬੈਂਕ ਦੇ ਕੋਲ ਜਾ ਕੇ ਜੋ ਵੀ ਤੁਹਾਡਾ ਕੋਲ ਬੰਦਾ ਵੈ
ਇਹਨੂੰ ਪਲੀਜ਼ ਵਾਪਸ ਮੋੜ ਦਿਓ ਜੀ। ਜੀ ਸੁਰੇਸ਼ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਬੜੇ ਆਸਾਨ ਢੰਗ ਨਾਲ ਤੁਸੀਂ ਸਾਨੂੰ ਇਹ ਬੜੀ ਕਨਫਿਊਜ਼ਨ ਸੀ ਤੁਸੀਂ ਦੂਰ ਕਰ ਦਿੱਤੀ ਹੈ। ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ ਜੀ। ਜੀ ਬਹੁਤ ਮਿਹਰਬਾਨੀ। ਐਪਰੀਸ਼ੀਏਟ ਜੀ।